महफिल मीडिया देख रहे मेरे ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਹੰਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲੈ ਕੇ ਹਾਜ਼ਰ ਹੋਈ ਹਾਂ ਜੀ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ, ਜਿਸ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਗੁਰਮਤਿ ਵਿਚਾਰ ਕਰਦੇ ਹਾਂ ਜੀ, ਗੁਰਬਾਣੀ ਵਿਚਾਰ ਕਰਦੇ ਹਾਂ ਜੀ। ਮੈਂ ਅੱਜ ਇੱਕ ਬਹੁਤ ਹੀ ਵਿਸ਼ੇਸ਼ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਹਾਂ ਕਿ ਜਿਹੜੇ ਵੀ ਵਿਅਕਤੀ ਨੇ ਕਿਸੇ ਨੇ ਵੀ ਗੁਰਮਤਿ ਵਿਚਾਰ ਕਰਨਾ ਹੋਏ, ਗੁਰਬਾਣੀ ਵਿਚਾਰ ਕਰਨਾ ਹੋਏ, ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ ਜੀ। ਅਤੇ ਹਿੱਸਾ ਲੈਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਹਿਫਿਲ ਸਟੂਡੀਓ ਨੰਬਰ 'ਤੇ, ਜਾਂ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਜੀ। ਮੇਰਾ ਨੰਬਰ ਹੈਗਾ ਆ 4168469260। ਤੇ ਜੇ ਤੁਸੀਂ ਸਾਨੂੰ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ YouTube ਕਮੈਂਟ ਇਨਬਾਕਸ ਦੇ ਰਾਹੀਂ ਵੀ ਦੇ ਸਕਦੇ ਹੋ, ਜਾਂ ਤੁਸੀਂ ਸਾਨੂੰ Facebook ਦੇ ਲਾਈਵ ਜਦੋਂ ਤੁਸੀਂ ਪ੍ਰੋਗਰਾਮ ਦੇਖਦੇ ਹੋ ਜਾਂ ਬਾਅਦ ਵਿੱਚ ਦੇਖਦੇ ਹੋ ਤਾਂ ਉਸ ਦੇ ਮਾਧਿਅਮ ਰਾਹੀਂ ਵੀ ਸਾਨੂੰ ਸੁਝਾਅ ਦੇ ਸਕਦੇ ਹੋ, ਜਿਹੜਾ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਦੂਸਰਾ ਮੈਂ ਇੱਕ ਅੱਜ ਜਿਹੜੀ ਬਹੁਤ ਵਿਸ਼ੇਸ਼ ਗੱਲ ਕਰਨਾ ਚਾਹੁੰਦੀ ਹਾਂ ਉਹ ਇਹ ਹੈਗੀ ਆ ਕਿ ਇਸ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਪ੍ਰੋਗਰਾਮ ਮਾਧਿਅਮ ਰਾਹੀਂ ਤੁਸੀਂ ਸਾਰੇ ਦਰਸ਼ਕ, ਤੁਸੀਂ ਸਾਰੇ ਸਰੋਤੇ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਕਿ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਆਪ ਸਭ ਸੰਗਤਾਂ ਦਾ, ਕਿਉਂਕਿ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਿਛਲੇ ਹਫਤੇ ਮੈਨੂੰ ਮੇਰੀਆਂ ਸਕੂਲ ਟਾਈਮ ਦੀ ਜਿਹੜੀਆਂ ਫਰੈਂਡਸ ਸੀਗੀਆਂ ਉਹਨਾਂ ਦੀ ਕਾਲ ਆਈ, ਮੈਨੂੰ ਮੇਰੇ ਕਾਲਜ ਟਾਈਮ ਦੇ ਜਿਹੜੀਆਂ ਫਰੈਂਡਸ ਸੀ ਜਿਨ੍ਹਾਂ ਦੇ ਮਤਲਬ ਕਿ ਮੈਨੂੰ ਜਾਣ ਪਹਿਚਾਣ ਵੀ ਜੋ ਸੀਗੀ ਭੁੱਲ ਗਈ ਸੀਗੀ, ਉਹ ਸਾਰਿਆਂ ਨੇ ਮਤਲਬ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਮੇਰੇ ਨਾਲ ਕੰਟੈਕਟ ਕੀਤਾ। ਜਦਕਿ ਇੱਕ ਮੇਰੀ ਫਰੈਂਡ ਹੈਗੀ, ਮੈਂ ਉਹਦੀ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੀ ਹਾਂ ਕਿ ਉਹਦਾ ਨਾਮ ਰਾਬੀਆ ਕੌਰ ਆ, ਅਤੇ ਹੁਣ ਇਸ ਟਾਈਮ ਉਹ ਮੌਂਟਰੀਅਲ ਦੇ ਵਿੱਚ ਰਹਿੰਦੀ ਆ। ਉਹਨੇ ਮੈਨੂੰ ਜਦੋਂ ਪਿਛਲੇ ਹਫਤੇ ਗੱਲ ਕੀਤੀ ਤਾਂ ਉਹਨੇ ਮੈਨੂੰ ਦੱਸਿਆ ਕਿ ਵੀ ਮੇਰਾ ਜਿਹੜਾ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਮਹਿਫਿਲ TV 'ਤੇ ਪ੍ਰਸਾਰਿਤ ਹੁੰਦਾ ਹੈ, ਉਹਦੇ ਜਿਹੜੇ ਮਦਰ ਇਨ ਲਾਅ ਆ ਔਰ ਮਦਰ ਨੇ ਉਹ ਬਹੁਤ ਜ਼ਿਆਦਾ ਇਸ ਪ੍ਰੋਗਰਾਮ ਨੂੰ ਪਿਆਰ ਦਿੰਦੇ ਨੇ, ਦੇਖਦੇ ਨੇ। ਤੇ ਕਹਿੰਦੀ ਕਿ ਜਦੋਂ ਉਹ ਇਸ ਸੁਣ ਰਹੇ ਸੀਗੇ ਤੇ ਮੈਂ ਇੱਕਦਮ ਜਾ ਕੇ ਜਦੋਂ ਦੇਖੀ ਸਕਰੀਨ ਉਹਨਾਂ ਦੇ ਫੋਨ 'ਤੇ ਤਾਂ ਮੈਂ ਦੇਖਿਆ ਕਿ ਇਹ ਤੇ ਅਮਨ ਹੈਗੀ ਆ, ਇਹ ਮੇਰੇ ਨਾਲ ਸਕੂਲ ਟਾਈਮ ਪੜ੍ਹਦੀ ਰਹੀ ਆ। ਅਤੇ ਉਹਨੇ ਉਸੇ ਟਾਈਮ ਮਤਲਬ ਕਿ ਉਹਨੇ ਫਰੈਂਡ ਸਰਕਲ ਤੋਂ ਜਾ ਕੇ ਮੇਰਾ ਕੰਟੈਕਟ ਨੰਬਰ ਵੀ ਲਿਆ, ਮੇਰੇ ਫੋਨ ਨੰਬਰ ਜਿਹੜਾ ਮੈਂ ਤੁਹਾਨੂੰ ਸਕਰੀਨ 'ਤੇ ਦਿੰਦੀ ਹਾਂ ਉੱਥੋਂ ਵੀ ਉਹਨੇ ਫੋਨ ਜਿਹੜਾ ਕੈਚ ਕੀਤਾ ਨੰਬਰ, ਅਤੇ ਉਹਨੇ ਮੈਨੂੰ ਕਾਲ ਕੀਤੀ। ਅਤੇ ਜਦੋਂ ਮੈਨੂੰ ਉਹਨੇ ਕਾਲ ਕੀਤੀ ਤਾਂ ਉਹਨੇ ਮੈਨੂੰ ਬਹੁਤ ਹੀ ਜ਼ਿਆਦਾ ਉਹਦੇ ਅੰਦਰ ਖੁਸ਼ੀ ਸੀਗੀ ਮੇਰੇ ਨਾਲ ਗੱਲ ਕਰਨ ਕਰਕੇ। ਫਿਰ ਉਹਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੇਤੇ ਕਰਾਈਆਂ ਕਿ ਹਾਂ ਬਈ ਮੈਂ ਇਸ ਤਰ੍ਹਾਂ ਉਹ ਵੀ ਸੰਗੀਤ ਸਿੱਖਦੀ ਸੀ। ਐਕਚੁਅਲੀ ਉਹ ਮੇਰੇ ਤੋਂ ਜੂਨੀਅਰ ਸੀਗੀ 1 ਸਾਲ, ਅਤੇ ਅਸੀਂ ਇੱਕ ਗਰੁੱਪ ਸੀਗਾ ਸ਼ਬਦ ਕੀਰਤਨ ਦਾ ਸਾਡਾ, ਅਤੇ ਉਹਦੇ ਵਿੱਚ ਅਸੀਂ ਪਾਰਟੀਸਪੇਟ ਕਰਦੇ ਹੁੰਦੇ ਸੀ ਕੰਪੀਟੀਸ਼ਨ ਲੈਵਲ 'ਤੇ, ਅਸੀਂ ਸਟੇਟ ਲੈਵਲ ਤੱਕ ਅਸੀਂ ਇਕੱਠੀਆਂ ਗਈਆਂ ਸੀਗੀਆਂ। ਅਤੇ ਫਿਰ ਇਸ ਤਰੀਕੇ ਨਾਲ ਮੈਂ ਮਤਲਬ ਕਿ ਜਸਵਿੰਦਰ ਸਿੰਘ ਕੋਸਾ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਮੈਨੂੰ ਸਰੋਤਿਆਂ ਨਾਲ ਰੂਬਰੂ ਕਰਾਇਆ। ਮੇਰੀਆਂ ਜਿਹੜੀਆਂ ਫਰੈਂਡਸ ਸਰਕਲ ਜਿਨ੍ਹਾਂ ਨੂੰ ਮੈਂ ਕਈ ਵਾਰੀ ਆਪਾਂ ਦਿਮਾਗ 'ਚੋਂ ਸਾਡੇ ਵਾਸ਼ ਆਊਟ ਹੋ ਜਾਂਦਾ, ਉਹਨਾਂ ਨਾਲ ਮਿਲਾਇਆ, ਅਤੇ ਮੈਂ ਇਸ ਚੀਜ਼ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਤੇ ਆਪ ਸਭ ਸੰਗਤਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਹੜੇ ਤੁਸੀਂ ਇੰਨਾ ਪਿਆਰ ਇਸ ਪ੍ਰੋਗਰਾਮ ਨੂੰ ਦੇ ਰਹੇ ਹੋ। ਹਾਂਜੀ, ਹੁਣ ਗੱਲ ਕਰਦੇ ਹਾਂ ਅੱਜ ਅਸੀਂ ਵਿਸ਼ੇ ਬਾਰੇ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਸਫਲ ਜੀਵਨ ਜਿਉਣ ਵਾਸਤੇ ਸਾਨੂੰ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੀਦਾ ਆ, ਕਿਵੇਂ ਦੀਆਂ ਮੁਹਾਰਤਾਂ ਜਿਹੜੀਆਂ ਆ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਨੇ, ਜਿਨ੍ਹਾਂ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਅੱਜ ਜਿਹੜਾ ਮੈਂ ਵਿਸ਼ਾ ਲੈ ਕੇ ਆਈ ਹਾਂ ਪ੍ਰੋਗਰਾਮ ਦੇ ਵਿੱਚ ਉਹ ਹੈ ਜੀ ਮਨ ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰਬਾਣੀ ਵਿੱਚ ਗੁਰੂ ਮਹਾਰਾਜ ਜੀ ਨੇ ਕਿਹਾ ਆ ਕਿ ਸਾਡੇ ਅੰਦਰ ਸਭ ਤੋਂ ਪਹਿਲਾਂ, ਕਿਸੇ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਜਾਣਨਾ ਚਾਹੀਦਾ ਆ, ਆਪਣੇ ਆਪ ਨੂੰ ਪਛਾਣਨਾ ਚਾਹੀਦਾ ਕਿ ਸਾਡੇ ਅੰਦਰ ਸਾਡੇ ਲਈ ਜਿਹੜੀ ਇੱਕ ਜੋਤ ਆ, ਪਰਮਾਤਮਾ ਦੀ ਰੱਬੀ ਜੋਤ ਆ, ਉਹਦੇ ਮਾਧਿਅਮ ਰਾਹੀਂ ਸਾਨੂੰ ਪਰਮਾਤਮਾ ਦੀ ਨੇੜਤਾ ਨੂੰ ਸਮਝਣਾ ਚਾਹੀਦਾ ਆ। ਕਹਿੰਦੇ ਆਪਾਂ ਆਪਣੇ ਆਪ ਨੂੰ ਆਪਾਂ ਖੋਜ ਕਰੀਏ ਪਹਿਲਾਂ, ਕਿਉਂਕਿ ਤੁਸੀਂ ਦੇਖੋਗੇ ਕਿ ਅਸੀਂ ਆਪਣੇ ਆਪ ਨੂੰ ਸੰਵਾਰਦੇ ਹਾਂ, ਸੋਹਣੇ ਸੋਹਣੇ ਕੱਪੜੇ ਪਾਉਂਦੇ ਹਾਂ, ਖਾਣਾ ਪੀਣਾ ਸੋਹਣਾ ਰੱਖਦੇ ਹਾਂ ਕਿ ਤਾਂ ਸਾਡੀ ਸੁੰਦਰਤਾ ਬਰਕਰਾਰ ਰਹੇ, ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਦੀ ਜੋਤ,
ਮਨ ਦੀ ਜੋਤ ਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਦੇਖਣਾ ਚਾਹੀਦਾ ਕਿ ਹਾਂ ਵੀ ਸਾਡੇ ਮਨ ਦੀ ਜੋਤ ਦੇ ਵਿੱਚ ਸਾਡੇ ਲਈ ਪਰਮਾਤਮਾ ਪ੍ਰਤੀ ਕਿੰਨਾ ਪਿਆਰ ਹੈ। ਸਾਡੇ ਮਨ ਦੀ ਜੋਤ, ਸਾਡੀ ਆਤਮਾ ਸੁੰਦਰ ਹੈ ਅੰਦਰੋਂ, ਔਰ ਉਹ ਸੁੰਦਰਤਾ ਕਿਵੇਂ ਹੋ ਸਕਦੀ ਆ, ਸਾਨੂੰ ਕਿਸੇ ਦਾ ਵਿਸ਼ਵਾਸ ਜਿਹੜਾ ਉਹ ਨਹੀਂ ਤੋੜਨਾ ਚਾਹੀਦਾ। ਜੋ ਗੱਲ ਹੈ ਮੂੰਹ ਤੇ ਕਰੋ, ਹਮੇਸ਼ਾ ਆਪਣੇ ਵੱਲੋਂ ਕੋਸ਼ਿਸ਼ ਕਰੋ ਕਿ ਅਸੀਂ ਜੋ ਕਹੀਏ ਸੱਚ ਕਹੀਏ, ਕਿਸੇ ਦੇ ਅੱਗੇ ਸਾਡਾ ਵਿਸ਼ਵਾਸ ਨਹੀਂ ਟੁੱਟੇ, ਕਿਸੇ ਦੇ ਅੱਗੇ ਆਪਾਂ ਝੂਠੇ ਨਹੀਂ ਬਣੀਏ। ਜਾਂ ਸਾਨੂੰ ਮਤਲਬ ਕਿ ਸੇਵਾ ਕਿਰਤ ਕਮਾਈ ਕਰਨੀ ਚਾਹੀਦੀ ਆ ਤਾਂ ਕਿ ਸਾਡੇ ਵੱਲੋਂ ਕਿਸੇ ਨੂੰ ਦੁੱਖ ਤਕਲੀਫ ਨਹੀਂ ਪਹੁੰਚੇ। ਇਹ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕਿ ਸਾਡਾ ਜਿਹੜਾ ਮਨ ਦੀ ਜੋਤ ਆ ਉਹ ਸ਼ੁੱਧ ਰਹੇ। ਅਸੀਂ ਕਦੀ ਕਿਸੇ ਦੇ ਅੱਗੇ ਕਿਸੇ ਦਾ ਦਿਲ ਦੁਖਾ ਨਾ ਸਕੀਏ। ਜੇ ਸਾਡੇ ਹੱਥ ਕਿਸੇ ਵੱਲ ਵਧਣ ਤੇ ਕਿਸੇ ਦੀ ਮਦਦ ਕਰਨ ਲਈ ਵਧਣ, ਨਾ ਕਿ ਕਿਸੇ ਦਾ ਕੋਈ ਗੁਨਾਹ ਕਰਨ ਵਾਸਤੇ ਵਧਣ। ਮਨ ਦੀ ਨੈਤਿਕਤਾ, ਸਦਾਚਾਰਕ ਜਿਹੜਾ ਆ, ਇਹ ਸਾਨੂੰ ਸਾਡੀ ਆਤਮਾ, ਸਾਡਾ ਮਨ ਹੀ ਸਾਨੂੰ ਆਪਣੇ ਆਪ ਨੂੰ ਸਟਰੋਂਗ ਬਣਾਉਂਦਾ ਆ। ਸਾਨੂੰ ਕਦੀ ਕਿਸੇ ਦੀ ਮਤਲਬ ਕਿ ਨਿੰਦਿਆ ਨਹੀਂ ਕਰਨੀ ਚਾਹੀਦੀ ਕਿ ਹਾਂ ਵੀ ਉਹ ਇਸ ਤਰ੍ਹਾਂ ਆ, ਉਹ ਇਸ ਤਰ੍ਹਾਂ ਆ। ਮਨ ਤੂੰ ਜੋਤ ਸਰੂਪ ਹੈ। ਸਭ ਤੋਂ ਪਹਿਲਾਂ ਆਪਣਾ ਮੂਲ ਪਛਾਣ, ਆਪਣੇ ਅੰਦਰ ਦੇਖ ਕਿ ਆਪਾਂ ਉਹ ਹੈਗੇ ਆ ਜੋ ਅਸੀਂ ਕਿਸੇ ਨੂੰ ਕਹਿ ਰਹੇ ਹਾਂ। ਆਪਣੇ ਅੰਦਰ ਦੇਖੋ ਕਿ ਜੇ ਆਪਾਂ ਅੱਜ ਕਿਸੇ ਦੇ ਉੱਪਰ ਆਹ ਚੀਜ਼ ਕਹਿ ਰਹੇ ਹਾਂ ਤੇ ਅਸੀਂ ਵੀ ਆਪਣੀ ਜ਼ਿੰਦਗੀ 'ਚ ਐਂ ਦੇ ਹੈਗੇ ਹਾਂ। ਸੋ ਮਨ ਨੂੰ ਹਮੇਸ਼ਾ ਕਠੋਰ ਬਣਾਉਣਾ। ਕਈ ਵਾਰੀ ਕੀ ਹੁੰਦਾ ਕਿ ਅਸੀਂ ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਆ, ਅਸੀਂ ਇੱਕਦਮ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਾਂ। ਪਰੇਸ਼ਾਨ ਦੇ ਵਿੱਚ ਅਸੀਂ ਇਵੇਂ ਦਾ ਵੀ ਕੁਛ ਕਰ ਲੈਂਦੇ, ਸਾਨੂੰ ਗੁੱਸਾ ਆਉਂਦਾ, ਅਸੀਂ ਕੋਈ ਨਾ ਕੋਈ ਚੀਜ਼ ਤੇ ਆਪਣਾ ਗੁੱਸਾ ਕੱਢਦੇ ਹਾਂ ਜਾਂ ਅਸੀਂ ਰੋਣਾ ਸ਼ੁਰੂ ਕਰ ਦਿੰਦੇ, ਕੁਛ ਇੰਸੀਡੈਂਟ ਆਪਾਂ ਕਰਦੇ ਹਾਂ। ਪਰ ਫਿਰ ਕੀ ਹੁੰਦਾ ਕਿ ਅਸੀਂ ਖੁਦ ਹੀ ਆਪਣੇ ਮਨ ਨੂੰ ਇੰਨਾ ਸਟਰੋਂਗ ਬਣਾ ਲੈਂਦੇ ਕਿ ਵੀ ਸਾਨੂੰ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਕਿ ਅਸੀਂ ਹੁਣ ਇਹ 2 ਮਿੰਟ ਪਹਿਲਾਂ ਆਪਾਂ ਰੋਏ ਸੀਗੇ ਜਾਂ ਆਪਾਂ ਗੁੱਸੇ 'ਚ ਆਏ ਸੀਗੇ ਜਾਂ ਆਪਾਂ ਕੋਈ ਨੁਕਸਾਨ ਕੀਤਾ ਜਾਂ ਕੁਛ, ਪਰ ਅਗਲੇ ਪਲ 'ਚ ਅਸੀਂ ਫਿਰ ਆਪਣੇ ਮਨ ਨੂੰ ਸਮਝਾਉਂਦੇ ਹਾਂ। ਉਹ ਕੋਈ ਨਹੀਂ ਸਮਝਾਉਂਦਾ, ਉਹ ਸਾਡੀ ਮਨ ਦੀ ਜੋਤ ਹੀ ਸਾਨੂੰ ਇੰਨਾ ਸਟਰੋਂਗ ਬਣਾਉਂਦੀ ਕਿ ਛੱਡੋ, ਹੁਣ ਆਪਾਂ ਅੱਗੇ ਫਿਰ ਆਪਣੀ ਜ਼ਿੰਦਗੀ 'ਚ ਜੀਵਨ 'ਚ ਜਿਉਣਾ ਆ। ਕਿਉਂਕਿ ਆਪਾਂ ਆਪਣੇ ਆਪ ਨੂੰ, ਸਾਡੇ ਤੇ ਹੀ ਡਿਪੈਂਡ ਆ ਕਿ ਅਸੀਂ ਮਨ ਤੋਂ ਆਪਾਂ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਆ ਜਾਂ ਅਸੀਂ ਆਪਣੇ ਆਪ ਨੂੰ ਮਤਲਬ ਕਿ ਇਮੋਸ਼ਨਲ ਬਣਾਉਣਾ ਆ ਜਾਂ ਅਸੀਂ ਤਾਕਤਵਰ ਬਣਨਾ ਆ ਜਾਂ ਆਪਣਾ ਸਿਚੁਏਸ਼ਨ ਨੂੰ ਸਮਝਣਾ ਆ, ਸਿਚੁਏਸ਼ਨ ਦਾ ਸੋਲਿਊਸ਼ਨ ਕੱਢਣਾ ਆ, ਨੈਗੇਟਿਵ ਸਾਈਡ ਜਾਣਾ ਆ, ਪੋਜ਼ਿਟਿਵ ਸਾਈਡ ਜਾਣਾ। ਇਹ ਸਭ ਸਾਡੇ ਅੰਦਰੋਂ ਹੀ ਸਾਨੂੰ ਸ਼ਕਤੀਵਾਨ ਬਣਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 1382 ਤੇ ਕਿਹਾ ਹੈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਕਹਿੰਦੇ ਕਿ ਜੇ ਤੁਸੀਂ ਆਪਣੇ ਆਪ ਨੂੰ ਸਵਾਰੋਗੇ, ਅੰਦਰੋਂ ਬਾਹਰੋਂ ਦੋਨੋਂ ਪਾਸੋਂ ਸਵਾਰੋਗੇ ਨਾ, ਫੇਰ ਹੀ ਤੁਹਾਨੂੰ ਸਾਰੇ ਸੁੱਖ ਮਿਲਣੇ ਆ। ਕਿਵੇਂ ਸੁੱਖ ਮਿਲਣਗੇ? ਜੇ ਆਪਾਂ ਖੁਸ਼ ਹੋਵਾਂਗੇ, ਅੰਦਰੋਂ ਵੀ ਖੁਸ਼ ਹੋਵਾਂਗੇ, ਬਾਹਰੋਂ ਵੀ ਖੁਸ਼ ਹੋਵਾਂਗੇ, ਤੇ ਅਸੀਂ ਜਿਹੜੇ ਵਿਅਕਤੀ ਨੂੰ ਜਾਂ ਕਿਸੇ ਨੂੰ ਵੀ ਮਿਲਾਂਗੇ ਖੁਸ਼ੀ ਨਾਲ ਮਿਲਾਂਗੇ। ਜੇ ਕੋਈ ਕੰਮ ਕਰਾਂਗੇ ਤੇ ਉਹ ਵੀ ਖੁਸ਼ੀ ਨਾਲ ਕਰਾਂਗੇ, ਜੇ ਕਿਸੇ ਦੀ ਮਦਦ ਕਰਾਂਗੇ ਉਹ ਵੀ ਖੁਸ਼ੀ ਨਾਲ ਕਰਾਂਗੇ, ਹੈ ਨਾ। ਤੇ ਉਹਦੇ ਨਾਲ ਕੀ ਹੋਊਗਾ? ਮੈਂ ਮਿਲਿਆ ਸੁਖ ਹੋਏ, ਮਤਲਬ ਸਾਨੂੰ ਆਪਣੇ ਆਪ ਤੋਂ ਹੀ ਉਹ ਖੁਸ਼ੀ ਔਰ ਉਹ ਸੁੱਖ ਮਿਲਣਾ ਆ। ਕੋਈ ਸਾਨੂੰ ਦੁੱਖ ਸੁੱਖ ਨਹੀਂ ਦਿੰਦਾ। ਅਸੀਂ ਸਿਰਫ ਆਪਣੇ ਹਾਲਾਤਾਂ ਨੂੰ ਸਮਝ ਕੇ ਆਪਣੇ ਮਨ ਨੂੰ ਹਮੇਸ਼ਾ ਸਟਰੋਂਗ ਬਣਾ ਕੇ ਹੀ ਆਪਣੇ ਦੁੱਖ ਨੂੰ ਵੀ ਸੁੱਖ ਦੇ ਵਿੱਚ ਤਬਦੀਲ ਕਰਨਾ ਹੁੰਦਾ ਆ। ਸੋ ਸਾਨੂੰ ਆਪਣੇ ਮਨ ਦੀ ਜੋਤ ਨੂੰ ਬਹੁਤ ਜ਼ਿਆਦਾ ਜਿਹੜਾ ਸਟਰੋਂਗ ਬਣਾਉਣਾ ਚਾਹੀਦਾ ਆ। ਜਿਵੇਂ ਗੁਰਬਾਣੀ ਵਿੱਚ ਗੁਰੂ ਮਹਾਰਾਜ ਜੀ ਨੇ ਅੰਗ ਨੰਬਰ 1346 ਤੇ ਬਾਬਾ ਜੀ ਨੇ ਕਿਹਾ ਹੈ, ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਜਿਹੜਾ ਇਹ ਸਰੀਰ ਹੈ ਨਾ, ਇਹ ਹਰੀ ਦਾ ਮੰਦਰ ਆ। ਇਹਦੇ ਅੰਦਰ ਹੀ ਇਸ ਤਰ੍ਹਾਂ ਦੇ ਗਿਆਨ ਰਤਨ ਹੈਗੇ ਨੇ ਜਿਹੜੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੇ ਪੈਂਦੇ ਹਨ। ਸਾਨੂੰ ਗਿਆਨ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਪੈਂਦਾ ਆ। ਮੰਨ ਲਓ ਤੁਹਾਡੀ ਬਿਜਲੀ ਖਰਾਬ ਹੋ ਗਈ ਆ। ਬਿਜਲੀ ਕਿੱਥੋਂ ਖਰਾਬ ਹੋਈ ਆ? ਕੋਈ ਤੁਹਾਨੂੰ ਪਤਾ ਨਹੀਂ ਕਿ ਕਿੱਥੋਂ ਸਾਡੀ ਕੋਈ ਵੀ ਜਿਹੜੀ ਤਾਰ ਆ ਉਹਦਾ ਕਿੱਥੋਂ ਸ਼ਾਰਟ ਸਰਕਟ ਹੋਇਆ ਆ, ਕੀ ਕਰਨਾ ਆ, ਕਿੱਥੋਂ ਕਰਨਾ ਆ। ਇਹ ਉਹੀ ਹੀ ਕਰ ਸਕਦਾ ਹੈ ਜਿਹਨੂੰ ਇਸ ਚੀਜ਼ ਨਾਲ ਗਿਆਨ ਹੁੰਦਾ ਹੈ। ਮਤਲਬ ਕਿ ਆਪਾਂ ਫਿਰ ਕੀ ਕਰਾਂਗੇ? ਇਲੈਕਟ੍ਰੀਸ਼ੀਅਨ ਨੂੰ ਬੁਲਾਵਾਂਗੇ, ਉਹ ਆ ਕੇ ਸਾਡੀ ਬਿਜਲੀ ਠੀਕ ਕਰੂਗਾ, ਕਿਉਂਕਿ ਉਹਨੂੰ ਉਸ ਚੀਜ਼ ਦਾ ਗਿਆਨ ਆ ਕਿ ਵੀ ਇਹਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ। ਸੋ ਕੋਈ ਵੀ ਚੀਜ਼ ਦਾ ਗਿਆਨ ਆ ਨਾ, ਉਹ ਸਾਡੇ ਅੰਦਰ ਆ। ਉਹ ਗਿਆਨ ਹੀ ਸਾਨੂੰ ਆਪਣੀ ਜਿਹੜੀ
ਅੰਦਰ ਦੀ ਮਨ ਤੂੰ ਜੋਤ ਸਰੂਪ ਹੈ। ਉਹ ਗਿਆਨ ਹੀ ਸਾਡੇ ਮਨ ਦੀ ਜੋਤ ਨੂੰ ਅੱਗੇ ਜਿਹੜਾ ਕਰਦਾ ਆ, ਮਤਲਬ ਕਿ ਉਹਦੀ ਅਗਵਾਈ ਕਰਦਾ ਆ, ਤੇ ਉਸੇ ਅਗਵਾਈ ਦੇ ਅਧੀਨ ਹੀ ਅਸੀਂ ਸਟਰੋਂਗ ਬਣਦੇ ਹਾਂ। ਸਾਡੀ ਸੁੰਦਰਤਾ ਜਿਹੜੀ ਆ ਉਹ ਆਪਣੇ ਆਪ ਵਿੱਚ ਹੀ ਵੱਧਦੀ ਆ। ਜਿਵੇਂ ਮੰਨ ਲਓ ਕਿ ਇੱਕ ਸੰਗੀਤ ਆ, ਹੈ ਨਾ, ਆਪਾਂ ਕੋਈ ਰਾਗ ਦੇ ਵਿੱਚ ਕੋਈ ਨੋਟੇਸ਼ਨ ਤਿਆਰ ਕਰਨੀ ਆ, ਕੋਈ ਵੀ ਰਾਗ ਦੇ ਵਿੱਚ ਕੰਪੋਜੀਸ਼ਨ ਤਿਆਰ ਕਰਨੀ ਆ, ਔਰ ਉਹ ਉਹੀ ਬੰਦਾ ਕਰ ਸਕਦਾ ਜਿਹਨੂੰ ਸੰਗੀਤ ਦਾ ਗਿਆਨ ਹੋਊਗਾ, ਜਿਹਨੂੰ ਗਿਆਨ ਆ ਕਿ ਵੀ ਇਹ ਅਗਰ ਭੈਰਵੀ ਰਾਗ ਆ ਤੇ ਭੈਰਵੀ ਰਾਗ ਦਾ ਸ਼ਬਦ ਲੈ ਕੇ ਇਸ ਨੂੰ ਭੈਰਵੀ ਦੇ ਵਿੱਚ ਕਿਹੜੇ ਸੁਰ ਕੋਮਲ ਜਾਂ ਤੀਬਰ ਲੱਗਣੇ ਆ ਜਾਂ ਸ਼ੁੱਧ ਲੱਗਣੇ ਆ, ਫੇਰ ਨੋਟੇਸ਼ਨ ਰੈਡੀ ਹੋਣੀ ਆ, ਕਿਉਂਕਿ ਉਸ ਨੂੰ ਉਸ ਚੀਜ਼ ਦਾ ਗਿਆਨ ਆ, ਉਹਨੇ ਆਪਣੇ ਗਿਆਨ ਨੂੰ ਉੱਥੇ ਵਰਤਿਆ ਆ, ਤੇ ਉਸ ਦੀ ਸੂਝ-ਬੂਝ ਦੇ ਨਾਲ ਇੱਕ ਸ਼ਬਦ ਦੀ ਕੰਪੋਜੀਸ਼ਨ ਜਾਂ ਕੋਈ ਵੀ ਗੀਤ ਦੀ ਕੰਪੋਜੀਸ਼ਨ ਰਾਗ ਦੇ ਵਿੱਚ ਤਿਆਰ ਕੀਤੀ ਆ। ਸੋ ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਸਾਡੇ ਅੰਦਰੋਂ ਹੀ ਸਾਡੇ ਰਤਨ ਹੈਗੇ ਨੇ ਜਿਹੜੇ ਗਿਆਨ ਨੂੰ ਪ੍ਰਗਟ ਕਰਦੇ ਹਨ ਸਾਰਿਆਂ ਦੇ ਸਾਹਮਣੇ, ਤੇ ਜਿਹਦੇ ਨਾਲ ਸਾਡਾ ਮਨ ਦੀ ਜੋਤ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਕਿ ਸਾਡਾ ਮਨ ਕਿੰਨਾ ਸਟਰੋਂਗ ਆ, ਸਾਡਾ ਮਨ ਜਿਹੜਾ ਆ ਹਰ ਕਾਰਜ ਕਰਨ ਵਿੱਚ ਸਫਲ ਹੁੰਦਾ ਆ, ਸਾਡਾ ਮਨ ਜਿਹੜਾ ਖੁਸ਼ ਆ। ਸੋ ਆਪਣੇ ਆਪ ਨੂੰ ਆਪਣਾ ਮੂਲ ਪਛਾਣ, ਆਪਣਾ ਮੂਲ ਸਭ ਤੋਂ ਪਹਿਲਾਂ ਪਛਾਣੋ, ਫਿਰ ਉਹਦੇ ਬਾਅਦ ਜੇ ਤੁਸੀਂ ਕੁਝ ਕਰ ਰਹੇ ਹੋ ਫਿਰ ਉਹਦਾ ਗਿਆਨ ਦੂਸਰਿਆਂ ਦੇ ਅੱਗੇ ਵੀ ਰੱਖੋ। ਸੋ ਇਹ ਸਾਨੂੰ ਮਨ ਨੂੰ ਹਮੇਸ਼ਾ ਹੀ ਸਟਰੋਂਗ ਰੱਖਣਾ। ਮੇਰਾ ਬਾਰ-ਬਾਰ ਕਹਿਣਾ ਇਹੀ ਆ ਕਿ ਕਦੇ ਵੀ ਕੋਈ ਸਿਚੁਏਸ਼ਨ 'ਚ ਡੋਲਣਾ ਨਹੀਂ ਆ, ਆਪਣੇ ਮਨ ਨੂੰ ਸਟਰੋਂਗ ਰੱਖਣਾ ਆ, ਹਮੇਸ਼ਾ ਹਰ ਚੀਜ਼ ਦੀ, ਹਰ ਹਾਲਾਤ ਦਾ ਸਾਹਮਣਾ ਸਟਰੋਂਗ ਬਣ ਕੇ ਕਰਨਾ ਆ, ਕਿਉਂਕਿ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਪਰੇਸ਼ਾਨੀਆਂ ਸੁੱਖ ਸਭ ਕੁਝ ਆਉਂਦਾ ਜਾਂਦਾ ਰਹਿੰਦਾ, ਸਿਰਫ ਉਹ ਪਰਮਾਤਮਾ 'ਤੇ ਆਪਣਾ ਭਰੋਸਾ ਬਣਾਈ ਰੱਖਣਾ ਚਾਹੀਦਾ ਆ। ਕਦੀ ਵੀ ਆਪਣੇ ਅੰਦਰ ਮੈਂ ਨਹੀਂ ਆਉਣ ਦੇਣੀ ਚਾਹੀਦੀ, ਚਾਹੇ ਤੁਹਾਨੂੰ ਪਰਮਾਤਮਾ ਫਰਸ਼ ਤੋਂ ਅਰਸ਼ ਤੱਕ ਲੈ ਜਾਏ। ਹਉਮੈ ਦੀਰਘ ਰੋਗ ਹੈ, ਇਹ ਇੱਕ ਬਹੁਤ ਹੀ ਭੈੜੀ ਬਿਮਾਰੀ ਹੈ ਜਿਹੜੀ ਕਿ ਬਹੁਤ ਬੁਰੇ ਤਰੀਕੇ ਨਾਲ ਸਾਨੂੰ ਲੱਗ ਜਾਂਦੀ ਹੈ। ਸੋ ਹਉਮੈ ਆਪਣੇ ਅੰਦਰ ਬਿਲਕੁਲ ਨਹੀਂ ਲੈ ਕੇ ਆਉਣੀ ਚਾਹੀਦੀ, ਹਉਮੈ ਤੋਂ ਦੂਰ ਰਹਿਣਾ ਆ। ਹਉਮੈ ਮੈਂ ਹੀ ਬੰਦੇ ਨੂੰ ਥੱਲੇ ਡੇਗ ਦਿੰਦੀ ਆ। ਕਈ ਵਾਰੀ ਕੀ ਹੁੰਦਾ ਕਿ ਸਾਡੇ ਮਨ ਦੇ ਵਿਚਾਰ ਨਾ ਇੰਨੇ ਉੱਚੇ ਹੁੰਦੇ ਨੇ, ਪਰ ਜਦੋਂ ਉਸ ਇਨਸਾਨ ਦੇ ਅੰਦਰ ਇੱਕ ਟਾਈਮ 'ਚ ਇੱਕ ਸਮੇਂ 'ਚ ਜਾ ਕੇ ਮੈਂ ਆ ਜਾਂਦੀ ਆ ਨਾ, ਤੇ ਫਿਰ ਸਮਝੋ ਕਿ ਉਹ ਮੈਂ ਹੀ ਉਹਨੂੰ ਲੈ ਬੈਠਦੀ ਆ। ਜਿਵੇਂ ਕਿ ਕਹਿੰਦੇ ਕਿ ਹਉਮੈ ਇੱਕ ਨਰਕ ਆ, ਤੇ ਅੱਜ ਦਾ ਇਨਸਾਨ ਜਿਹੜਾ ਇੱਕ ਨਰਕ ਦੇ ਵਿੱਚ ਹੀ ਆਪਣੀ ਜ਼ਿੰਦਗੀ ਭੋਗ ਰਿਹਾ ਆ। ਕਿਉਂਕਿ ਆਪਾਂ ਐਵੇਂ ਦੀਆਂ ਕਈ ਵਾਰੀ ਗੱਲਾਂ ਕਰ ਜਾਂਦੇ ਆ ਕਿ ਵੀ ਸਾਨੂੰ ਲੱਗਦਾ ਹੀ ਨਹੀਂ ਕਿ ਆਪਾਂ ਗਲਤ ਕੀਤਾ ਆ। ਇਨਸਾਨ ਗਲਤੀ ਕਰਨ ਦੇ ਬਾਵਜੂਦ ਵੀ ਕਹਿੰਦਾ ਕਿ ਮੈਂ ਤੇ ਕੁਝ ਗਲਤ ਕੀਤਾ ਹੀ ਨਹੀਂ। ਉਹ ਦੁੱਖ ਤਕਲੀਫ ਭੋਗਦਾ ਹੋਇਆ ਵੀ ਕਹਿੰਦਾ ਕਿ ਨਹੀਂ ਮੈਂ ਤਾਂ ਸਹੀ ਆ, ਮੈਨੂੰ ਤੇ ਕੋਈ ਪ੍ਰੋਬਲਮ ਨਹੀਂ ਆ। ਸੋ ਹਉਮੈ ਇੱਕ ਨਰਕ ਵਾਲੀ ਜ਼ਿੰਦਗੀ ਵੀ ਆ, ਇਸ ਕਰਕੇ ਹਉਮੈ ਆਪਣੇ ਅੰਦਰ ਕਦੇ ਵੀ ਆਉਣ ਨਹੀਂ ਦਿਓ। ਹਉਮੈ ਹੀ ਭਵ ਸਾਗਰ ਆ, ਤੇ ਉਹਦੇ ਵਿੱਚ ਹੀ ਡੁੱਬ ਕੇ ਅਸੀਂ ਅੱਜ ਦੇ ਟਾਈਮ 'ਚ ਮਰ ਰਹੇ ਹਾਂ। ਕਿਉਂ? ਜੇਕਰ ਤੁਸੀਂ ਪਰਮਾਤਮਾ ਦੇ ਅੱਗੇ ਨੀਵੇਂ ਬਣ ਕੇ ਰਹੋਗੇ, ਪਰਮਾਤਮਾ ਦੇ ਅੱਗੇ ਜੋਦੜੀ ਕਰੋਗੇ, ਜੇ ਤੁਹਾਨੂੰ ਪਰਮਾਤਮਾ ਨੇ ਦਿੱਤਾ ਆ, ਹੈ ਨਾ, ਤੇ ਤੁਸੀਂ ਅੱਗੇ ਕਿਸੇ ਦਾ ਦਾਨ ਪੁੰਨ ਕਰੋ, ਕਿਸੇ ਗਰੀਬ ਦੇ ਮੂੰਹ ਦੇ ਵਿੱਚ ਕੁਛ ਅੰਨ ਪਾਣੀ ਪਾਓ, ਹੈ ਨਾ। ਉਹਦੇ ਨਾਲ ਕੀ ਹੁੰਦਾ ਆ ਕਿ ਵੀ ਸਾਡੇ ਜਿਹੜੇ ਭਾਵ ਸਾਗਰ 'ਚ ਸਾਨੂੰ ਪਰਮਾਤਮਾ ਨੇ ਸਾਨੂੰ ਉਸ 'ਚ ਤਾਰਿਆ ਹੈ ਨਾ, ਤੇ ਅਸੀਂ ਦੂਸਰਿਆਂ ਦੀ ਵੀ ਮਦਦ ਲਈ ਹੱਥ ਵਧਾਈਏ। ਇਹ ਨਹੀਂ ਕਿ ਅਸੀਂ ਆਪਣੇ ਈਗੋ 'ਚ ਰਹਿਣਾ ਆ, ਆਪਣੀ ਹਉਮੈ 'ਚ ਰਹਿਣਾ ਕਿ ਜੋ ਕਰ ਰਿਹਾ ਮੈਂ ਹੀ ਕਰ ਰਿਹਾ। ਇਟ ਮੀਨਸ ਕਿ ਇਹ ਤੁਸੀਂ ਬਹੁਤ ਗਲਤ ਸੋਚ ਆ ਤੁਹਾਡੀ, ਇਹ ਸੋਚ ਨੂੰ ਸਾਨੂੰ ਬਦਲਣਾ ਆ। ਸੋ ਹਉਮੈ ਹੀ ਪਾਪ ਆ ਤੇ ਹਉਮੈ ਹੀ ਪੁੰਨ ਆ। ਪਾਪ ਕਿਵੇਂ ਆ? ਅਸੀਂ ਕਿੰਨੀ ਜੀਵ ਹੱਤਿਆ ਕਰਦੇ ਆ। ਜਦੋਂ ਇਹ ਵੇਖੋ ਅੱਜ ਦਾ ਇਨਸਾਨ ਕੀ ਆ ਕਿ ਮਾਸ ਖਾਂਦਾ ਆ, ਇੱਕ ਜੀਵ ਦੀ ਹੱਤਿਆ ਕਰਕੇ ਅਸੀਂ ਉਹਦੇ ਸਵਾਦ ਲਾ ਰਹੇ ਹਾਂ ਕਿ ਇਹ ਪਾਪ ਆ। ਤੇ ਜੇ ਮੈਂ ਹੀ ਕਹਿੰਦੀ ਹਾਂ ਕਿ ਹੁਣੇ ਮੇਰੀ ਕੋਈ ਇੱਕ ਉਂਗਲੀ ਕੱਟੇ ਤੇ ਮੈਂ ਕੱਟਣ ਦਊਂਗੀ, ਕਦੀ ਵੀ ਨਹੀਂ। ਇਸ ਤਰ੍ਹਾਂ ਹੀ ਇੱਕ ਜੀਵ ਆ ਜਿਹਨੂੰ ਮਤਲਬ ਕਿ ਬਹੁਤ ਤਕਲੀਫ ਹੁੰਦੀ ਹੋਊਗੀ ਉਸ ਸਮੇਂ 'ਤੇ, ਜਿਹਦਾ ਅਸੀਂ ਕਿ ਖਾਣ ਲੱਗਿਆਂ ਪੂਰੇ ਸਵਾਦ ਲਾਉਂਦੇ ਹਾਂ। ਇਟ ਮੀਨਸ ਕਿ ਇਹ ਪਾਪ ਆ, ਹਉਮੈ ਇੱਕ ਪਾਪ ਵੀ ਆ। ਤੇ ਫਿਰ ਵੀ ਕਹਿੰਦੇ ਕਿ ਮੈਂ ਤੇ ਕੁਛ ਨਹੀਂ ਕੀਤਾ, ਆਪਾਂ ਤੇ ਜੀਵ ਹੱਤਿਆ ਕਰਦੇ ਹੀ ਨਹੀਂ, ਆਪਾਂ ਤੇ ਕਰਦੇ ਹੀ ਨਹੀਂ ਆ। ਸੋ ਥੋੜਾ ਜਿਹਾ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਇਸ ਚੀਜ਼ ਦੇ ਉੱਪਰ। ਹਉਮੈ ਹੀ ਝੂਠ ਹੈ ਤੇ ਬਾਕੀ ਸਭ ਕੁਝ ਸੱਚ।
ਇਨਸਾਨ ਜਿਹੜਾ ਵੀ ਇਸ ਧਰਤੀ ਤੇ ਆਇਆ ਹੈ ਉਸ ਨੂੰ ਪਤਾ ਕਿ ਇੱਕ ਦਿਨ ਮੈਂ ਇਸ ਧਰਤੀ ਤੋਂ ਜਾਣਾ ਹੀ ਜਾਣਾ ਹੈ। ਕਹਿੰਦੇ ਨੇ ਮਰਨਾ ਸੱਚ ਜਿਉਣਾ ਝੂਠ। ਉਹਨੂੰ ਪਤਾ ਕਿ ਇੱਕ ਦਿਨ ਮਰਨਾ ਹੀ ਮਰਨਾ ਆ, ਫਿਰ ਵੀ ਜ਼ਿੰਦਗੀ ਦੇ ਵਿੱਚ ਇੰਨੇ ਝੂਠ ਵਿਕਾਰ ਅਸੀਂ ਕਰਦੇ ਹਾਂ। ਅਸੀਂ ਆਹ ਵੀ ਲੈ ਲਈਏ, ਅਸੀਂ ਉਹ ਵੀ ਲੈ ਲਈਏ, ਅਸੀਂ ਇਹ ਵੀ ਕਰ ਲਈਏ। ਕਿਉਂ ਕਰ ਲਈਏ? ਕਿਹਦੇ ਵਾਸਤੇ ਕਰ ਲਈਏ ਜਦੋਂ ਪਤਾ ਕਿ ਆਏ ਵੀ ਇਕੱਲੇ ਤੇ ਜਾਣਾ ਵੀ ਇਕੱਲੇ। ਸੋ ਹਉਮੈ ਵਿੱਚ ਝੂਠ ਤੇ ਸੱਚ ਜੋ ਕਿ ਆਪਾਂ ਮੰਨਦੇ ਹੀ ਨਹੀਂ ਹੈ, ਕਿ ਜਿਹੜਾ ਸਾਨੂੰ ਲੱਗਦਾ ਹੀ ਨਹੀਂ ਕਿ ਇਹ ਸਾਡੇ ਨਾਲ ਹੋਣਾ ਹੀ ਨਹੀਂ, ਕਦੀ ਵੀ ਨਹੀਂ ਹੋਣਾ, ਹੈ ਨਾ। ਸੋ ਜਿੰਨਾ ਚਿਰ ਵੀ ਸਾਡੀ ਜ਼ਿੰਦਗੀ ਹੈ ਸਵਾਸ ਆ, ਸਾਨੂੰ ਵਧੀਆ ਕਰਮ ਕਰਨੇ ਚਾਹੀਦੇ ਨੇ, ਕਿਰਤ ਕਮਾਈ ਕਰਨੀ ਚਾਹੀਦੀ ਹੈ। ਕਦੀ ਕਿਸੇ ਦਾ ਗੁਨਾਹ ਨਹੀਂ ਕਰੋ। ਮੇਨ ਕਿ ਕਦੀ ਕਿਸੇ ਦਾ ਮਤਲਬ ਜੇ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਨਾ ਤੇ ਕਿਸੇ ਦਾ ਬੁਰਾ ਵੀ ਨਹੀਂ ਕਰੋ। ਬਾਕੀ ਜੋ ਕਿਸੇ ਇਨਸਾਨ ਦੇ ਕਰਮ ਆ ਉਹਨੇ ਆਪਣੇ ਕਰਮ ਆਪ ਬਣਾਉਣੇ ਆ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਆ। ਜ਼ਿੰਦਗੀ ਦੇ ਦੋ ਪਹਿਲੂ ਹੁੰਦੇ ਨੇ, ਇੱਕ ਦੁੱਖ ਤੇ ਇੱਕ ਸੁੱਖ। ਜੇ ਦੁੱਖ ਆਇਆ ਤੇ ਸੁੱਖ ਵੀ ਆਇਆ, ਜੇ ਸੁੱਖ ਗਿਆ ਤੇ ਦੁੱਖ ਵੀ ਗਿਆ। ਸੋ ਸਾਨੂੰ ਹਰ ਸਿਚੁਏਸ਼ਨ ਨੂੰ ਬਹੁਤ ਹੀ ਧਿਆਨ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਜਿਹੜਾ ਕਰਨਾ ਚਾਹੀਦਾ ਆ। ਜੀਵਨ ਯਾਤਰਾ ਹਉਮੈ ਮੈਂ ਤੋਂ ਹੀ ਸ਼ੁਰੂ ਹੁੰਦੀ ਏ ਤੇ ਤੂੰ ਤੇ ਖਤਮ ਹੁੰਦੀ ਏ। ਕਿਵੇਂ? ਜਦੋਂ ਇਨਸਾਨ ਪੈਦਾ ਹੁੰਦਾ ਆ, ਹੈ ਨਾ, ਉਦੋਂ ਆਪਾਂ ਕਹਿੰਦੇ ਹਾਂ ਵੀ ਮੈਂ ਇਸ ਨੂੰ ਪੈਦਾ ਕੀਤਾ। ਫਿਰ ਉਹ ਇਨਸਾਨ ਜਦੋਂ ਵੱਡਾ ਹੁੰਦਾ ਜਾਂਦਾ ਆ ਉਹਦੇ ਵਿੱਚ ਵੀ ਹਉਮੈ ਆਉਂਦੀ ਹੈ, ਮੈਂ ਆਹ ਕੰਮ ਕੀਤਾ, ਮੈਂ ਉਹ ਕੰਮ ਕੀਤਾ, ਹੈ ਨਾ। ਤੇ ਜਦੋਂ ਇਨਸਾਨ ਮਰ ਜਾਂਦਾ ਆ ਤੇ ਫਿਰ ਅਸੀਂ ਕਹਿੰਦੇ ਉਹ ਤਾਂ ਐ ਸੀ। ਫਿਰ ਤੂੰ ਤੇ ਆਉਂਦੀ ਆ ਗੱਲ, ਫਿਰ ਆਉਂਦੀ ਕਿ ਹਾਂ ਵੀ ਇਹ ਤੇ ਉਹਦਾ ਭਾਣਾ ਸੀ। ਜਦੋਂ ਪੈਦਾ ਹੋਇਆ ਸੀ ਉਦੋਂ ਉਹਦਾ ਭਾਣਾ ਨਹੀਂ ਸੀ ਕਿ ਉਹਨੇ ਉਸ ਜੀਵ ਨੂੰ ਇਸ ਦੁਨੀਆ 'ਚ ਭੇਜਿਆ ਕਿ ਹਾਂ ਵੀ ਤੂੰ ਵਧੀਆ ਕਰਮ ਕਰ ਰਿਹਾ, ਤੈਨੂੰ ਇੰਨੀ ਅਕਲ ਦਿੱਤੀ ਏ। ਮਨੁੱਖ ਨੂੰ ਇੱਕ ਅਕਲ ਦਿੱਤੀ ਆ ਕਿ ਵੀ ਤੂੰ ਆਪਣੇ ਅਕਲ ਦਾ, ਆਪਣੇ ਗਿਆਨ ਦਾ ਇੰਨਾ ਪ੍ਰਯੋਗ ਕਰਕੇ ਤੂੰ ਵਧੀਆ ਕੰਮ ਕਰ। ਜਿੱਥੇ ਕਿਸੇ ਨੂੰ ਦੁੱਖ ਸੁੱਖ ਦੇ ਵਿੱਚ ਤੂੰ ਕਿਸੇ ਦਾ ਭਾਈਵਾਲ ਬਣ ਜਾਂ ਕਿਸੇ ਦਾ ਸਾਥ ਦਿਓ, ਹੈ ਨਾ। ਸੋ ਹਮੇਸ਼ਾ ਸਾਨੂੰ ਜੀਵਨ ਯਾਤਰਾ ਵਿੱਚ ਹਉਮੈ ਨੂੰ ਛੱਡ ਦੇਣਾ ਚਾਹੀਦਾ ਹੈ। ਪਰਮਾਤਮਾ ਦਾ ਭਾਣਾ ਮੰਨੋ ਕਿ ਪਰਮਾਤਮਾ ਤੁਹਾਨੂੰ ਬਹੁਤ ਜਗ੍ਹਾ ਤੇ ਆ ਕੇ ਬਚਾਉਂਦਾ ਵੀ ਆ। ਤੇ ਜੇ ਦੁੱਖ ਤਕਲੀਫ ਦੀ ਘੜੀ 'ਚ ਵਾੜਦਾ, ਇਟ ਮੀਨਸ ਕਿ ਉਹ ਤੁਹਾਨੂੰ ਦੇਖ ਰਿਹਾ ਕਿ ਇਹ ਮੇਰਾ ਇੰਨਾ ਸਟਰੋਂਗ ਬੱਚਾ ਹੈਗਾ ਆ ਕਿ ਇਹਨੂੰ ਮੈਂ ਜੇ ਦੁੱਖ ਪਾਊਂਗਾ ਤੇ ਫਿਰ ਮੇਰੇ ਨਾਲ ਹੀ ਰਹੂਗਾ। ਅਸੀਂ ਪਰਮਾਤਮਾ ਤੋਂ ਮੰਨਦੇ ਹਾਂ ਨਾ ਕਿ ਜੇ ਅਸੀਂ ਗੁਰੂ ਘਰ ਜਾਂਦੇ ਹਾਂ, ਹੈ ਨਾ, ਤੇ ਉੱਥੇ ਜਾ ਕੇ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਆ ਕਿ ਅੱਜ ਸਾਨੂੰ ਇਹ ਵੀ ਮਿਲ ਜੇ, ਇਹਦੇ ਵਾਸਤੇ ਸਾਨੂੰ ਆਹ ਮਿਲ ਜੇ, ਉਹਦੇ ਵਾਸਤੇ ਆਹ ਮਿਲ ਜੇ, ਹੈ ਨਾ। ਤੇ ਪਰਮਾਤਮਾ ਵੀ ਦੇਖਦਾ ਕਿ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਦੁੱਖ ਪਾ ਕੇ ਦੇਖਾਂ ਕਿ ਇਹ ਮੇਰੇ ਨਾਲ ਰਹਿੰਦੇ ਨੇ, ਮੇਰੇ ਹਰ ਜਗ੍ਹਾ ਮੇਰਾ ਹਿੱਸਾ ਬਣਦੇ ਨੇ। ਸੋ ਉਸ ਟਾਈਮ ਸਾਨੂੰ ਡੋਲਣਾ ਨਹੀਂ ਚਾਹੀਦਾ, ਕੋਈ ਵਹਿਮਾਂ ਭਰਮਾਂ ਵਿੱਚ ਨਹੀਂ ਫਸਣਾ ਚਾਹੀਦਾ। ਸਾਨੂੰ ਪਰਮਾਤਮਾ ਦੇ ਜਿਹੜਾ ਉਹਨੇ ਸਾਡੇ ਤੇ ਹਾਲਾਤ ਬਣਾਏ ਆ ਜਾਂ ਸਿਚੁਏਸ਼ਨ ਬਣਾਈ ਉਹਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਤੇ ਉਹ ਕੋਈ ਨਾ ਕੋਈ ਰਸਤਾ ਪਰਮਾਤਮਾ ਜ਼ਰੂਰ ਬਣਾ ਦਿੰਦਾ ਆ ਕਿ ਜਿਹਦੇ ਵਿੱਚ ਉਹ ਤੁਸੀਂ ਉਹ ਮੁਸੀਬਤ 'ਚੋਂ ਕਿਹੜੇ ਵੇਲੇ ਨਿਕਲ ਗਏ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸਾਡੇ ਆਪਾਂ ਕਈ ਵਾਰੀ ਉਸਤਤ ਨਿੰਦਿਆ ਬਹੁਤ ਕਰਦੇ ਹਾਂ। ਸਾਡੀ ਜ਼ੁਬਾਨ ਦੇ ਦੋ ਰੂਪ ਹੁੰਦੇ ਨੇ। ਜਿਵੇਂ ਸਾਡੀ ਜ਼ਿੰਦਗੀ ਦੇ ਦੋ ਰੂਪ ਆ ਨਾ, ਇੱਕ ਦੁੱਖ ਤੇ ਇੱਕ ਸੁੱਖ, ਉਵੇਂ ਸਾਡੀ ਜ਼ੁਬਾਨ ਦੇ ਵੀ ਦੋ ਰੂਪ ਨੇ, ਇੱਕ ਉਸਤਤ ਇੱਕ ਨਿੰਦਿਆ। ਜਾਂ ਤਾਂ ਅਸੀਂ ਕਿਸੇ ਦੇ ਲਈ ਉਸਤਤ ਕਰਾਂਗੇ ਆਪਣੀ ਜ਼ੁਬਾਨ ਤੋਂ ਜਾਂ ਨਿੰਦਿਆ ਕਰਾਂਗੇ, ਠੀਕ ਆ। ਉਸਤਤ ਕਰੇ ਜਹਾਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਗੁਰਬਾਣੀ ਵਿੱਚ ਵੀ ਇਹ ਕਿਹਾ ਗਿਆ ਆ ਕਿ ਵੀ ਜੇ ਤੁਸੀਂ ਸੱਚੇ ਮਾਰਗ ਤੇ ਚੱਲੋਗੇ ਨਾ ਤੇ ਸਾਰਾ ਜਹਾਨ ਤੁਹਾਡੀ ਉਸਤਤ ਕਰੂਗਾ। ਉਹ ਪਰਮਾਤਮਾ ਖੁਦ ਤੁਹਾਡੀ ਉਸਤਤ ਜਿਹੜੀ ਉਹ ਜੀਵਾਂ ਦੇ ਮੂੰਹ ਤੋਂ ਕਰਵਾਊਗਾ, ਕਿਉਂਕਿ ਤੁਸੀਂ ਇੱਕ ਬੜੇ ਵਧੀਆ ਮਾਰਗ ਤੇ ਜਾ ਰਹੇ ਹੋ। ਆਪਾਂ ਕਈ ਵਾਰੀ ਕਿ ਅੱਜ ਦੇ ਇਨਸਾਨ ਦੀ ਮੈਂ ਗੱਲ ਕਰਦੀ ਹਾਂ ਕਿ ਜੇ 2 ਦਿਨ ਪਹਿਲਾਂ ਇੱਕ ਇਨਸਾਨ ਆਪਣੇ ਮੂੰਹ ਤੋਂ ਤੁਹਾਡੀ ਉਸਤਤ ਕਰ ਰਿਹਾ ਆ, ਤੁਹਾਡੇ ਬਾਰੇ ਦੱਸ ਰਿਹਾ ਕਿ ਹਾਂ ਬਈ ਇਹ ਤਾਂ ਇਨਸਾਨ ਬਹੁਤ ਵਧੀਆ ਆ, ਇਹ ਐਂ ਦਾ ਆ, ਉਹ ਦਾ ਆ, ਹੈ ਨਾ। 4 ਦਿਨ ਬਾਅਦ ਉਹੀ ਇਨਸਾਨ ਤੁਹਾਡੇ ਬਾਰੇ ਨਿੰਦਿਆ ਕਰੂਗਾ। ਸੋ ਕੀ ਹੋ ਗਿਆ ਕਿ ਜ਼ੁਬਾਨ ਉਹੀ ਆ, ਇਨਸਾਨ ਵੀ ਉਹੀ ਆ, ਪਰ ਉਹਦੇ ਵਿਚਾਰ, ਉਹਦੇ ਬੋਲਣ ਦਾ ਤਰੀਕਾ ਬਦਲ ਜਾਂਦਾ ਆ। ਉਹ ਇਨਸਾਨ ਤੁਹਾਡੇ ਬਾਰੇ ਪਹਿਲਾਂ ਉਸਤਤ ਕਰਦਾ, ਉਹੀ ਇਨਸਾਨ ਬਾਅਦ ਵਿੱਚ ਤੁਹਾਡੀ ਨਿੰਦਿਆ ਕਰਦਾ ਹੈ। ਸੋ ਪਰਮਾਤਮਾ ਦੀ ਹਜ਼ੂਰੀ ਨੂੰ ਚੇਤੇ ਰੱਖਿਆ ਕਰੋ, ਆਪਣੇ ਪਰਮਾਤਮਾ ਦਾ ਨਾਮ ਲਓ ਹਮੇਸ਼ਾ। ਕਦੀ ਕਿਸੇ ਦੀ ਉਸਤਤ ਜੇ ਕਰਨੀ ਹੈ ਨਾ, ਇੱਕ ਗੱਲ ਜ਼ਰੂਰ ਕਰੋ, ਜੇ ਤੁਸੀਂ ਕਰਨੀ ਆ ਤੇ ਪਿੱਠ ਪਿੱਛੇ ਕਿਸੇ ਦੀ ਉਸਤਤ ਕਰੋ ਤੇ ਮੂੰਹ ਤੇ ਨਿੰਦਿਆ। ਇਹਨੂੰ ਕਹਿੰਦੇ ਕਿ ਜੇ ਤੁਸੀਂ ਕਿਸੇ ਦੀ ਗਲਤੀ ਦੱਸਣੀ ਆ ਮੂੰਹ ਤੇ ਦੱਸੋ ਕਿ ਹਾਂ ਵੀ ਤੂੰ ਇਹ ਗੱਲ ਗਲਤ ਕੀਤੀ ਆ।
अगले बंदे नूं भी कोई तुहाडे मन भाव दे विच कोई गलत ख्याल नहीं रहिंदे है ना। जे तुसीं कोई तारीफ करनी है किसी दी ते पिठ पिछे करो, ताकि जदों तुहानूं मिले तो कहे कि हाँ भी इन्ने मेरी तारीफ किसी दे अगे कीती है ना, उन्होंने बाहरों पता चले। तो उल्टा हो रहा है, हो की रहा है कि भी आपां किसी की तारीफ कर देंगे आ पिठ पिछे ते निंदिया कर निंदिया कर देंगे आ पिठ पिछे ते उस्तत कर देंगे आ मूँह ते। फिर उत्थे जिहड़ा थोड़ा जिहा साडा ना वो विकार पैदा हो जाते आ, फिर ਉਹਦੇ बाद तो तुसीं खुद ही जानते हो की हुंदा है ना। सो गुरबाणी विच भी लिखिया होया आ अंग नंबर 219 ते उस्तत निंदा दो त्यागे खोजी पद निर्बाना। गुरु महाराज जी ने कहा आ कि भी अपने मन दे विचों, अपने दिमाग दे विचों, अपनी मानसिक स्थिति दे विचों किसी दी निंदिया नहीं करो। तुसीं जे तुहानूं ठीक लगदा आ ते उस्तत करो, नहीं कुछ लगता तो निंदिया भी अपनी जुबान तो नहीं कड्डो। कई बारी की हुंदा आ कि भी वो जिहदी असीं निंदिया कर रहे हुंदे आ ना वो इंसान उस ते काबिल नहीं हुंदा, पर वो की हुंदा कि वो सानूं ही मुड़ वापस साडे ते ही आउंदी आ। सो अपनी जिंदगी च उस्तत जरूर करो किसी दी, चाहे कोई नहीं भी सोहना ना, तुसीं जे उहनूं कहोगे ना कि हाँ भी अज ते तू बहुत वधिया लग रहा है, वो उसे च खुश हो जांदा आ। ਉਹਦਾ ਜਿਹੜਾ अंदर ਦਾ मनोबल आ, ਉਹਦਾ अंदर ਦੀ मानसिक शक्ति आ ਜਾਂ ਸਰੀਰਿਕ शक्ति आ ਜਾਂ ਉਹਦਾ मतलब कोई भी अध्यात्मक ज्ञान आ, ਉਹਦਾ ਉੱਥੇ ਹੀ ਵੱਧ ਜਾਂਦਾ कि इन्ने मैनूं ਕਿਹਾ कि तू बहुत वधिया आ, है ना। सो कोशिश करो कि तुसीं जे तुहाडी जुबान दे लफज अगे वधन ते किसी नूं प्रेरित करन वास्ते वधन, ना कि किसी नूं नीचा दिखाउण वास्ते, ना किसी नूं डिग्गण वास्ते। क्योंकि परमात्मा ने हर एक जीव नूं उहदे कर्मां दे अनुसार उहनूं अपनी अपनी जगह ते रखिया होया है। परमात्मा दी प्राप्ति करन वास्ते सिर्फ अपने जीवन च ना 4 चीज़ां अपना लो। पहला सत, दूसरा सतगुर, तीसरा सतनाम ते चौथा सतपुरख। क्योंकि पहला द्वार उस व्यक्ति नूं हमेशा जो बोलना मूँह ते बोलो, सच बोलो, सत। दूसरा तुहाडा अपने आप सतगुर दे नाल मिलन दा मिलाप जिहड़ा शुरू होना शुरू हो जाता। तुहानूं वधिया लगूगा कि मैं उहदी जे गल सही है तो मैं उहदे मूँह ते कही, कोई परेशानी तुहाडी मानसिक स्थिति च कोई विगाड़ नहीं आऊगा, तुहाडा मन हमेशा पॉजिटिव वे वल जाऊगा। सो तीसरा कि तुहाडे अंदर दे जिहड़ा मानसिक स्थिति आ, अंदर दा मनोबल आ, ये उच्चा उठूगा। इहदे नाल की है, जे तुसीं सतनाम हौली हौली परमात्मा दे द्वार वल जाओगे, गुरुद्वारे मत्था टेकोगे, फिर मन करूगा कि उत्थे बैठिए, उत्थे बैठ के पाठ करिए। जे तुसीं पाठ करोगे फिर मन करूगा कि थोड़ी सेवा करिए, है ना। इस तरह असीं परमात्मा दे नाल जुड़दे जांदे आ। सो सानू हमेशा अपने मन तो जोत स्वरूप, जो कि साडा अज विशा सीगा, कि हमेशा अपने मन का मनोबल मानसिक तौर पर, सरीरिक तौर पर हमेशा अपने आप को स्ट्रोंग बनाना है। जे दुख सुख की कोई भी घड़ी आती है तो उन्होंने स्ट्रोंग बन के उस सिचुएशन का सामना करना चाहिए। कदे भी तुसी कोई भी अपनी दुख तकलीफ किसी के सामने नहीं करनी। एक शीशे के मूहरे खड़ जाओ, अपने आप नाल गल करो, अपने मन दे नाल गल करो, तुसी अपने आप स्ट्रोंग बनोगे। तुहानू अपने आप तुहाडी जिहड़ी अंदर दी जोत आ ना, वो तुहानू ताकतवर बनाऊगी। तो हुण मैं प्रोग्राम के अंत दे विच एक जिवें मैं अज गल कीती कि मेरी फ्रेंड ने मैनू फोन करके कॉन्टैक्ट किया सी, तो असी जो मैं स्कूल टाइम शब्द लैवल से जाती सी, तो सब तो ज़्यादा शब्द असी जिहड़ा गायन करते सीगे हर समारोह दे विच, वो सीगा मेरा बैद गुरु गोविंदा। तो उन्हें मैनू कहा सीगा कि प्रोग्राम दे विच इस शब्द का जरूर स्थाई अंतरा जिहड़ा है वो गायन करना। तो मैं वो शब्द का स्थाई अंतरा गायन करके उस दे बाद आप जी तो आग्ञा लवांगी जी। तो मैं सब तो पहला हुण वो शब्द जिहड़ा है वो स्थाई अंतरा गायन करदी हाँ जी। मेरा बैद गुरु गोविंदा, मेरा बैद गुरु गोविंदा, हरे हरे नाम औखद मुख देवे, काटे जम के फंदा, मेरा बैद गुरु गोविंदा। दर्शन पेटते होते निहाला, हर का
वैद गुरु गोविंदा गुरु गोविंदा गुरु गोविंदा। ਮੈਨੂੰ ਅੱਜ ਉਹ ਮੇਰੀ ਫਰੈਂਡ ਨੇ ਕਿਹਾ ਸੀਗਾ ਕਿ ਇਹ ਜਿਹੜਾ ਸ਼ਬਦ ਹੈ ਜ਼ਰੂਰ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ ਗਾਇਨ ਕਰਨਾ। ਸੋ ਇਸ ਤਰ੍ਹਾਂ ਹੀ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸੁਝਾਅ ਨੇ ਜਾਂ ਤੁਸੀਂ ਗੁਰਬਾਣੀ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ ਜੀ। ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਸਤੇ ਤੁਸੀਂ ਸਟੂਡੀਓ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਿੱਧਾ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਜਿਹੜਾ ਸੈੱਲ ਨੰਬਰ ਹੈ, ਮੇਰਾ फ़ोन ਨੰਬਰ ਹੈ ਉਹ ਹੈ ਜੀ 4168469260। ਮੈਂ ਫਿਰ ਰਿਪੀਟ ਕਰਦੀ ਹਾਂ ਜੀ 4168469260। ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਪ੍ਰੋਗਰਾਮ ਦੇ ਪ੍ਰਤੀ ਸੁਝਾਅ ਦੇਣਾ ਆ ਤਾਂ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਜੇਕਰ ਤੁਸੀਂ ਪ੍ਰੋਗਰਾਮ ਦੇਖਦੇ ਹੋਏ ਤੁਹਾਨੂੰ ਕੋਈ ਤੇ ਜਗ੍ਹਾ ਕਿਸੇ ਵੀ ਜਗ੍ਹਾ ਲੱਗਦਾ ਕਿ ਮੈਂ ਕੁਛ ਗਲਤ ਬੋਲਿਆ ਆ ਜਾਂ ਮੈਂ ਗਲਤ ਕੁਛ ਮਤਲਬ ਮੇਰੇ ਕੋਲ ਗਲਤੀ ਹੋ ਗਈ ਆ ਤਾਂ ਮੈਨੂੰ ਉਹ ਗਲਤੀ ਵੀ ਜ਼ਰੂਰ ਲਿਖ ਕੇ ਭੇਜਣਾ ਜੀ ਜਾਂ ਮੈਨੂੰ फ़ोन ਕਰਕੇ ਦੱਸਣਾ ਜੀ, ਕਿਉਂਕਿ ਫਿਰ ਹੀ ਮੈਂ ਆਪਣੀਆਂ ਗਲਤੀਆਂ ਨੂੰ ਇੰਪਰੂਵ ਕਰਕੇ ਫਿਰ ਹੀ ਮੈਂ ਹੋਰ ਵਧੀਆ ਤੋਂ ਵਧੀਆ ਆਪ ਜੀ ਦੇ ਸਾਹਮਣੇ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਲੈ ਕੇ ਆ ਸਕਦੀ ਹਾਂ ਜੀ। ਸੋ ਤੁਸੀਂ YouTube ਦੇ ਵਿੱਚ ਵੀ ਤੁਸੀਂ ਜਾ ਕੇ ਇਨਬਾਕਸ ਦੇ ਵਿੱਚ ਵੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਫੇਸਬੁੱਕ ਦੇ ਮਾਧਿਅਮ ਰਾਹੀਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਜੀ। ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਮਨ ਤੂੰ ਜੋਤ ਸਰੂਪ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਸਾਨੂੰ ਕਮੈਂਟ ਇਨਬਾਕਸ ਰਾਹੀਂ ਦੱਸੋ ਜੀ। ਜੇ ਤੁਸੀਂ ਮੈਨੂੰ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਅਗਲੇ ਹਫਤੇ ਮੈਂ ਫਿਰ ਲੈ ਕੇ ਹਾਜ਼ਰ ਹੋਵਾਂਗੀ ਜੀ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ। ਤਾਂ ਤੱਕ ਲਈ ਮੈਨੂੰ ਇਜਾਜ਼ਤ ਦਿਓ ਜੀ। ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਹੰਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।